ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ PNCN ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਟੋਰਾਂਟੋ ਵਿੱਚ 20 ਸਾਲ ਦੇ ਕਰੀਬ ਦੀ ਉਮਰ ਦੇ ਦੋ ਨੌਜਵਾਨਾਂ ਨਾਲ ਟਕਰਾਈ ਗੱਡੀ, ਇੱਕ ਦੀ ਹਾਲਤ ਗੰਭੀਰ। ਰਾਜਧਾਨੀ ਓਟਵਾ ਵਿੱਚ ਰਾਤ ਦੇ ਸਮੇਂ ਸਟੋਰ ਦਾ ਦਰਵਾਜ਼ਾ ਭੰਨ ਕੇ ਉੱਥੇ ਤੋਂ ਲੁੱਟ ਕੀਤੇ ਜਾਣ ਦਾ ਮਾਮਲਾ। ਲੌਂਗ ਵੀਕਐਂਡ ਮੌਕੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਜਾਂ ਦੋਸਤਾਂ ਨਾਲ ਘੁੰਮਣ ਲਈ ਨਿਕਲੇ ਲੋਕ। ਮਹਾਮਾਰੀ ਤੋਂ ਬਾਅਦ ਮੁੜ ਤੋਂ ਵੱਖਰਾ ਨਜ਼ਾਰਾ। ਟੋਰਾਂਟੋ ਵਿੱਚ 250 ਕਿਲੋ ਤੋਂ ਵੱਧ ਨਸ਼ਾ ਜ਼ਬਤ। ਕੈਨੇਡਾ ਵਿੱਚ ਲੰਬੇ ਚਿਰ ਤੋਂ PR ਦੀ ਉਡੀਕ ਕਰ ਰਹੇ ਪ੍ਰਵਾਸੀਆਂ ਵਾਸਤੇ ਉਮੀਦ, ਛੇਤੀ ਇੱਕ ਪ੍ਰੋਗਰਾਮ ਦੇ ਉੱਤੇ ਕੰਮ ਹੋ ਸਕਦਾ ਸ਼ੁਰੂ। ਓਨਟਾਰੀਓ ਵਿੱਚ ਲੌਂਗ ਵੀਕਐਂਡ ਦੌਰਾਨ ਚਲਾਈ ਜਾ ਰਹੀ ਹੈ ਇੱਕ ਮੁਹਿੰਮ, ਗੱਡੀ ਵਿੱਚ ਸੀਟ ਬੈਲਟ ਪਾਏ ਬਿਨਾਂ ਨਾ ਬੈਠੋ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜਾਣਕਾਰੀ ਜੋ ਟੋਰਾਂਟੋ ਵਿੱਚ ਕੱਲ ਰਾਤ ਇੱਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਗੱਡੀ ਦੀ ਦੋ ਨੌਜਵਾਨਾਂ ਦੇ ਨਾਲ ਟੱਕਰ ਹੋ ਗਈ। ਟੋਰਾਂਟੋ ਵਿੱਚ ਕੱਲ ਰਾਤ ਇੱਕ ਸੜਕ ਹਾਦਸਾ ਵਾਪਰਿਆ। ਵੀਰਵਾਰ ਦੀ ਰਾਤ ਨੂੰ 8:45 ਦਾ ਸਮਾਂ ਸੀ ਜਦੋਂ ਕਿਚਨਰ ਐਵੇਨਿਊ ਦੇ ਉੱਤੇ ਐਗਲਿੰਟਨ ਐਵੇਨਿਊ ਵੈਸਟ ਦੇ ਦੱਖਣੀ ਹਿੱਸੇ ਵੱਲ ਇੱਕ ਗੱਡੀ ਨਾਲ ਦੋ ਨੌਜਵਾਨਾਂ ਦੀ ਟੱਕਰ ਹੋ ਗਈ। ਉਹ ਨੌਜਵਾਨ ਤੁਰੇ ਜਾ ਰਹੇ ਸੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਮੌਕੇ ਦੇ ਉੱਤੇ ਬੁਲਾਇਆ ਗਿਆ। ਇਸ ਦੌਰਾਨ ਜੋ ਗੱਡੀ ਦਾ ਡਰਾਈਵਰ ਸੀ ਉਹ ਮੌਕੇ ਦੇ ਉੱਤੇ ਮੌਜੂਦ ਰਿਹਾ ਤੇ ਜਾਂਚ ਦੇ ਲਈ ਸਹਿਯੋਗ ਦਿੱਤਾ ਜਾ ਰਿਹਾ ਉਸ ਦੇ ਵੱਲੋਂ। ਪਰ ਉਹਨਾਂ ਨੌਜਵਾਨਾਂ ਦੀ ਹਾਲਤ ਉਸ ਸਮੇਂ ਕਾਫੀ ਗੰਭੀਰ ਸੀ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਨੂੰ ਲੋਕਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਤਾਂ ਦੂਜੇ ਨੂੰ ਟਰਾਮਾ ਸੈਂਟਰ ਵਿੱਚ। ਪਰ ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਈ ਘੰਟੇ ਤੱਕ ਸੜਕ ਨੂੰ ਬੰਦ ਰੱਖਿਆ ਗਿਆ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ। ਅੱਗੇ ਹੁਣ ਤੁਹਾਨੂੰ ਦੱਸਾਂਗੇ ਜੋ ਰਾਜਧਾਨੀ ਓਟਵਾ ਵਿੱਚ ਰਾਤ ਨੂੰ ਲੁੱਟ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਇੱਕ ਸਟੋਰ ਦੇ ਵਿੱਚੋਂ ਕੈਸ਼ ਚੋਰੀ ਕਰਕੇ ਲੈ ਗਏ। ਰਾਜਧਾਨੀ ਓਟਵਾ ਦੇ ਪੂਰਬੀ ਹਿੱਸੇ ਵਿੱਚ ਰਾਤ ਦੇ ਸਮੇਂ ਇੱਕ ਸਟੋਰ 'ਚ ਲੁੱਟ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਰੇ ਸ਼ੁੱਕਰਵਾਰ ਦੀ ਸਵੇਰ ਨੂੰ ਪਤਾ ਲੱਗਿਆ। ਦਰਅਸਲ ਓਟਵਾ ਦੇ ਵਿੱਚ ਇਹ ਇੱਕ ਜੁੱਤੀਆਂ ਦਾ ਸਟੋਰ ਹੈ, ਜੋ ਕਿ ਕਾਫੀ ਮਸ਼ਹੂਰ ਸਟੋਰ ਹੈ, ਜਿੱਥੇ ਕਿ ਪੱਥਰ ਦੇ ਨਾਲ ਸਟੋਰ ਦੇ ਸ਼ੀਸ਼ੇ ਤੋੜੇ ਗਏ, ਜਿਸ ਤੋਂ ਬਾਅਦ ਉਸ ਦੇ ਵਿੱਚੋਂ ਕੈਸ਼ ਚੋਰੀ ਕੀਤਾ ਗਿਆ। ਇਸ ਦੌਰਾਨ ਸਟੋਰ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਜਦੋਂ ਸਵੇਰੇ ਪਹੁੰਚੇ, ਸਫਾਈ ਦੇ ਵਾਸਤੇ ਪਹਿਲਾਂ ਪਹੁੰਚੇ ਸਨ ਕਾਮੇ, ਤਾਂ ਉਸ ਸਮੇਂ ਜਦੋਂ ਦੇਖਿਆ ਗਿਆ ਤਾਂ ਸਟੋਰ ਦੇ ਵਿੱਚ ਚੋਰੀ ਹੋ ਚੁੱਕੀ ਸੀ। ਸਟੋਰ ਦੇ ਅੰਦਰ ਦੋ ਵੱਡੇ ਪੱਥਰ ਪਏ ਸਨ, ਜਿਨ੍ਹਾਂ ਦੇ ਨਾਲ ਸਟੋਰ ਦਾ ਸ਼ੀਸ਼ਾ ਤੋੜਿਆ ਗਿਆ ਤੇ ਫਿਰ ਅੰਦਰ ਜੋ ਚੋਰ ਸਨ ਉਹ ਗਏ ਤੇ ਕੈਸ਼ ਲੁੱਟ ਕੇ ਉੱਥੇ ਤੋਂ ਫਰਾਰ ਹੋ ਗਏ। ਕੁਝ ਸੈਂਕੜੇ ਕੈਸ਼ ਉੱਥੇ ਪਿਆ ਸੀ, ਜਿਸ ਦੇ ਬਾਰੇ ਦੱਸਿਆ ਗਿਆ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਲਾਰਮ ਸਿਸਟਮ ਵੀ ਲੱਗਿਆ ਹੋਇਆ ਸੀ। ਪਰ ਇਸ ਦੌਰਾਨ ਜੋ ਸ਼ੀਸ਼ੇ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ, ਉਸ ਕਰਕੇ ਸਟੋਰ ਦਾ ਕਾਫੀ ਨੁਕਸਾਨ ਹੋਇਆ, ਜਿਸ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਇਸ ਸਟੋਰ ਨੂੰ ਬੰਦ ਰੱਖਿਆ ਜਾ ਰਿਹਾ ਹੈ ਤੇ ਸ਼ੁੱਕਰਵਾਰ ਦੇ ਦਿਨ ਸਟੋਰ ਵਿੱਚ ਸਫਾਈ ਤੇ ਮੁਰੰਮਤ ਦਾ ਕੰਮ ਹੋਵੇਗਾ ਤੇ ਸ਼ਨੀਵਾਰ ਨੂੰ ਸਟੋਰ ਨੂੰ ਦੁਬਾਰਾ ਤੋਂ ਆਮ ਲੋਕਾਂ ਦੇ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ। ਤਾਂ ਉਧਰ ਟੋਰਾਂਟੋ ਤੋਂ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਕਿ ਉਹਨਾਂ ਨੇ ਇੱਕ 29 ਸਾਲ ਦੇ ਕਰੀਬ ਦੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ। ਉਸ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ, ਜਿੱਥੇ ਕਿ ਇੱਕ ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ, ਜਿਸ ਦੇ ਬਾਰੇ ਪੁਲਿਸ ਨੇ ਦੱਸਿਆ ਕਿ 199 ਕਿਲੋ ਦੇ ਨੇੜੇ ਕੋਕੇਨ ਤੇ 97 ਕਿਲੋ ਦੇ ਨੇੜੇ ਮੈਥਮਫੈਟਾਮਾਈਨ ਬਰਾਮਦ ਕੀਤੀ ਗਈ ਹੈ। ਮਾਰਕੀਟ ਦੇ ਵਿੱਚ ਇਸ ਨਸ਼ੇ ਦੀ ਕੀਮਤ ਕਰੀਬ $28.5 ਮਿਲੀਅਨ ਹੈ। ਨਸ਼ੇ ਦੀ ਕਾਫੀ ਵੱਡੀ ਖੇਪ ਇਹ ਬਰਾਮਦ ਕੀਤੀ ਗਈ ਹੈ, ਜਿਸ ਦੇ ਬਾਰੇ ਟੋਰਾਂਟੋ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ। On display in front of me is the result of the largest single-day seizure of illicit drugs in the history of the Toronto Police Service. While we have made large seizures before, these have occurred over several months. The drugs before me were taken from one person in one day. Anytime we are able to intercept the flow of illicit drugs, we are saving lives. But the significance of a seizure of this size cannot be understated. Not only have we prevented possible overdoses, but as we have said before, violence in our city is often driven by three factors, and those are guns, gangs, and drugs. And when these factors collide, the results are often tragic. The Toronto Police Service will continue to dedicate the resources necessary to these crimes, and I want to personally thank all of our members who are participated in this investigation and all of our drug investigations. ਤਾਂ ਉਧਰ ਟੋਰਾਂਟੋ ਵਿੱਚ ਇੱਕ ਬੁੱਧਵਾਰ ਨੂੰ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਕਤਲ ਦਾ ਇਹ ਮਾਮਲਾ ਸੀ, ਜਿਸ ਦੇ ਵਿੱਚ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਟੋਰਾਂਟੋ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਮ੍ਰਿਤਕ ਦੀ ਪਛਾਣ 31 ਸਾਲਾ ਡੇਨੀਅਲ ਹੌਫਮੈਨ ਵਜੋਂ ਹੋਈ। ਇਸ ਮਾਮਲੇ ਵਿੱਚ ਪੁਲਿਸ ਨੇ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਤਿੰਨਾਂ ਦੇ ਉੱਤੇ ਕਤਲ ਦੇ ਮਾਮਲੇ ਦਰਜ ਕੀਤੇ ਗਏ ਨੇ। ਟੋਰਾਂਟੋ ਵਿੱਚ ਬੁੱਧਵਾਰ ਦੀ ਸ਼ਾਮ ਨੂੰ 5 ਵਜੇ ਦਾ ਸਮਾਂ ਸੀ ਜਦੋਂ ਹਾਰਬਰ ਤੇ ਯਾਰਕ ਸਟਰੀਟਸ ਦੇ ਕੋਲ ਇੱਕ ਰਿਹਾਇਸ਼ ਦੇ ਅੰਦਰ ਪੁਲਿਸ ਨੂੰ ਬੁਲਾਇਆ ਗਿਆ ਤੇ ਜਦੋਂ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਤਾਂ ਉੱਥੇ ਮ੍ਰਿਤਕ ਵਿਅਕਤੀ ਮੌਜੂਦ ਸੀ, ਜਿਸ ਦਾ ਕਿ ਕਤਲ ਕਿਸ ਤਰ੍ਹਾਂ ਹੋਇਆ ਇਹ ਤਾਂ ਨਹੀਂ ਦੱਸਿਆ ਗਿਆ, ਪਰ ਇਹ ਕਤਲ ਦਾ ਮਾਮਲਾ ਹੈ ਜਿਸ ਦੇ ਬਾਰੇ ਜਦੋਂ ਸ਼ੁੱਕਰਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਪੁਸ਼ਟੀ ਵੀ ਹੋ ਗਈ। ਦਰਅਸਲ ਟੋਰਾਂਟੋ ਵਿੱਚ ਇਹ ਸਾਲ 2022 ਵਿੱਚ ਹੋਇਆ 21ਵਾਂ ਕਤਲ ਹੈ। ਇਸ ਦੌਰਾਨ ਪੁਲਿਸ ਨੇ ਪਛਾਣ ਦੱਸੀ ਹੈ ਕਿ 3 ਜਣੇ ਜਿਨ੍ਹਾਂ ਵਿੱਚ ਇੱਕ ਤਾਂ ਓਕਵਿਲ ਤੋਂ ਹੈ 20 ਸਾਲਾ ਐਡਰੀਆਨਾ ਡਿਜ਼ਾਰੀਓ ਤੇ ਇੱਕ 18 ਸਾਲਾ ਨਿੱਕੀ ਕਰੀਮੀ ਟੋਰਾਂਟੋ ਤੋਂ ਹੈ ਡੌਸਨ ਐਗੁਲੇਰਾ ਜਿਮਿਨਸ, ਜਿਸ ਨੂੰ ਕਿ ਗ੍ਰਿਫਤਾਰ ਕੀਤਾ ਗਿਆ ਤੇ ਤਿੰਨਾਂ ਦੇ ਉੱਤੇ ਮਾਮਲੇ ਦਰਜ ਕਤਲ ਦੇ ਕੀਤੇ ਗਏ ਨੇ। ਤਿੰਨਾਂ ਨੂੰ ਸ਼ੁੱਕਰਵਾਰ ਨੂੰ ਹੀ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਜਾਂਚ ਟੀਮ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ 4168087400 ਦੇ ਉੱਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਇਸ ਦੌਰਾਨ ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਜੋ ਇਹ 3 ਜਣੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਹਨਾਂ ਨੇ ਹੋਰ ਵੀ ਕਤਲ ਕੀਤੇ ਹੋ ਸਕਦੇ ਨੇ ਜਾਂ ਹੋਰ ਮਾਮਲਿਆਂ ਦੇ ਨਾਲ ਵੀ ਇਹਨਾਂ ਦਾ ਸੰਬੰਧ ਹੋ ਸਕਦਾ ਹੈ, ਜਿਸ ਕਰਕੇ ਇਹਨਾਂ ਦੇ ਨਾਮ ਤੇ ਤਸਵੀਰਾਂ ਵੀ ਜਨਤਕ ਕੀਤੀਆਂ ਗਈਆਂ ਨੇ। ਇਸ ਦੇ ਨਾਲ ਹੀ ਪੁਲਿਸ ਮੁਤਾਬਕ ਇਹਨਾਂ ਨੇ ਆਪਣੇ ਹੋਰ ਨਾਮ ਵੀ ਰੱਖੇ ਹੋਏ ਹੋ ਸਕਦੇ ਨੇ। ਜਿਵੇਂ ਕਿ ਕੈਨੇਡਾ ਵਿੱਚ ਲੰਮੇ ਚਿਰ ਤੋਂ ਪੱਕੇ ਕੀਤੇ ਜਾਣ ਦੀ ਉਹਨਾਂ ਪ੍ਰਵਾਸੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਜਿਹੜੇ ਕਿ ਸ਼ਰਤਾਂ ਨੂੰ ਪੂਰਾ ਨਹੀਂ ਕਰ ਪਾਉਂਦੇ ਤੇ ਉਹ ਕਈ ਸਾਲ ਤੋਂ ਕੈਨੇਡਾ ਵਿੱਚ ਮੌਜੂਦ ਨੇ, ਆਪਣੇ ਪਰਿਵਾਰਕ ਮੈਂਬਰਾਂ ਤੋਂ ਵੀ ਕਈ ਦੂਰ ਬੈਠੇ ਨੇ ਤੇ ਸੰਘਰਸ਼ ਕਰ ਰਹੇ ਨੇ, ਜਿਨ੍ਹਾਂ ਦੇ ਵੱਲੋਂ ਜਿਵੇਂ ਕਿ ਖਾਸ ਤੌਰ ਦੇ ਉੱਤੇ ਆਇਲਸ ਦੀ ਯੋਗਤਾ ਹੈ ਜੋ ਉਸ ਨੂੰ ਪੂਰਾ ਕੀਤੇ ਜਾਣ ਦੇ ਵਿੱਚ ਦਿੱਕਤ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਜੋ ਕਿ ਫਾਰਮਾਂ ਦੇ ਵਿੱਚ ਵੀ ਕੰਮ ਕਰਦੇ ਨੇ ਜਾਂ ਹੋਰ ਅਜਿਹੇ ਕੰਮਾਂ ਦੇ ਵਿੱਚ ਨੇ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਅੰਗਰੇਜ਼ੀ ਬੋਲਣ ਦੀ ਵੀ ਲੋੜ ਨਹੀਂ ਪੈਂਦੀ, ਜਿਸ ਕਰਕੇ ਉਹ ਇਸ ਟੈਸਟ ਨੂੰ ਦੇਣ ਦੇ ਵਿੱਚ ਚੁਣੌਤੀ ਦਾ ਸਾਹਮਣਾ ਕਰਦੇ ਨੇ ਤੇ ਉਹਨਾਂ ਦੀ PR ਨਹੀਂ ਲੱਗ ਰਹੀ। ਤੇ ਇਸੇ ਨੂੰ ਲੈ ਕੇ ਲਗਾਤਾਰ ਰੈਲੀਆਂ ਵੀ ਕੀਤੀਆਂ ਗਈਆਂ ਸੀ, ਪਟੀਸ਼ਨ ਵੀ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਬਾਅਦ ਲੋਕ ਸਭਾ ਮੈਂਬਰ ਰਣਦੀਪ ਸਰਾਏ ਦੇ ਵੱਲੋਂ ਜਾਣਕਾਰੀ ਜੋ ਦਿੱਤੀ ਗਈ ਕਿ ਇੱਕ ਮੋਸ਼ਨ ਉਹਨਾਂ ਦੇ ਵੱਲੋਂ ਪੇਸ਼ ਕੀਤਾ ਗਿਆ ਜਿਸ ਤੇ ਛੇਤੀ ਨਤੀਜਾ ਵੀ ਆ ਸਕਦਾ ਹੈ ਤੇ ਅੱਗੇ ਜਾ ਕੇ ਇਸ ਸੰਬੰਧੀ ਇੱਕ ਨਵੇਂ ਪ੍ਰੋਗਰਾਮ ਦਾ ਛੇਤੀ ਐਲਾਨ ਹੋ ਸਕਦਾ ਹੈ ਜਿਸ ਦੇ ਵਿੱਚ ਸੁਖਾਲਾ ਕੀਤਾ ਜਾ ਸਕੇ PR ਲੈਣੀ ਉਹਨਾਂ ਦੇ ਵਾਸਤੇ ਜਿਹੜੇ ਕਿ ਲੰਮੇ ਚਿਰ ਤੋਂ ਕੈਨੇਡਾ ਵਿੱਚ ਕੰਮ ਕਰ ਰਹੇ ਨੇ। ਸੋ ਇਹਦੀ ਪਹਿਲੀ ਜਿਹੜੀ ਡਿਬੇਟ ਆ ਉਹਦਾ ਆਵਰ ਹੋ ਚੁੱਕਾ। ਸੈਕੰਡ ਡਿਬੇਟ ਮੇ ਦੇ ਅੱਧ ਦੇ ਵਿੱਚ ਹੋਣਾ ਔਰ ਮੇ ਦੀ ਐਂਡ ਤੱਕ ਆਸ ਹੈਗੀ ਆ ਕਿ ਉਹਦੀ ਫਰਸਟ ਵੋਟ ਜਿਹੜੀ ਹੋਊਗੀ ਆ ਉਹ ਪਊਗੀ। ਸੋ ਮੈਂ ਆਸ ਕਰਦਾ ਕਿ ਜੂਨ ਦੇ ਐਂਡ ਤੱਕ ਹੋਪਫੁਲੀ ਇਹ ਜਿਹੜਾ ਮੋਸ਼ਨ 44 ਇਹ ਪਾਸ ਹੋ ਜਾਊਗਾ ਔਰ ਇਹ ਫਿਰ ਇਹਨੂੰ ਮਿਨਿਸਟਰ ਨੂੰ ਆਪਣੇ 120 ਦਿਨ ਜਿਹੜੇ ਹੋਊਗੇ ਜਾਂ 180 ਦਿਨ ਹੋਊਗੇ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਉਹਨੂੰ ਟਾਈਮ ਮਿਲ ਜਾਊਗਾ ਤਾਂ ਉਹ ਲਾਗੂ ਕਰ ਦਊਗਾ। ਇਹਦੇ ਨਾਲ ਜਿੰਨੇ ਵੀ ਸਾਡੇ ਜਿਹੜੇ ਰਹਿ ਗਏ ਸੀਗੇ ਫੋਰ ਐਗਜ਼ਾਮਪਲ ਟੈਂਪਰੇਰੀ ਫੋਰਨ ਵਰਕਰ ਜਾਂ ਸਟੂਡੈਂਟ ਜਿਹੜੇ ਕਹਿ ਲਓ ਨੌਕ ਕੋਡਸ ਅੱਗੇ ਆਪਾਂ ਕਹਿ ਦਿੰਦੇ ਟ੍ਰੇਡਸ ਵਾਸਤੇ ਆ, ਟਰੱਕ ਡਰਾਈਵਰ ਵਾਸਤੇ ਹੈਗੇ ਆ, ਕੇਅਰ ਗਿਵਰਸ ਵਾਸਤੇ ਹੈਗੇ ਆ, ਇਹ ਜਿਹੜੇ ਰਹਿ ਜਾਂਦੇ ਹੁੰਦੇ ਸੀ ਇਹਨਾਂ ਕੋਲ ਪੈਥਵੇ ਨਹੀਂ ਸੀ ਮਿਲਦਾ, ਉਹਨਾਂ ਨੂੰ ਪੈਥਵੇ ਪਰਮਨੈਂਟ ਰੈਜ਼ੀਡੈਂਸੀ ਦਾ ਮਿਲ ਜੂਗਾ। ਜਿਵੇਂ ਕਿ ਜਿਹੜੇ ਫਾਰਮਿੰਗ ਦੇ ਵਿੱਚ ਵੀ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਤੇ ਉਹ ਆਇਲਸ ਨਹੀਂ ਕਰ ਸਕਦੇ। ਹਾਂਜੀ, ਅਗੇਨ ਉਹਨਾਂ ਦੇ ਵੀ ਉਹ ਪੈਥਵੇ ਦੇਖਣਗੇ। ਸੋ ਆਈਲੈਟਸ ਦੀ ਪ੍ਰੋਬਬਲੀ ਥੋੜੀ ਬਾਲੀ ਰਿਕੁਆਇਰਮੈਂਟ ਰਹੂਗੀ ਪਰ ਸਾਡਾ ਗੋਲ ਹੈਗਾ ਕਿ ਆਈਲੈਟਸ ਦੀ ਹਾਈ ਰਿਕੁਆਇਰਮੈਂਟ ਨਾ ਰਹੇ, ਐਟਲੀਸਟ ਜਿਹੜੀ ਉਹਨਾਂ ਦੀ ਸਫੀਸ਼ੀਐਂਟ ਉਹਨਾਂ ਦੀ ਜੌਬ ਵਾਸਤੇ ਹੈਗੀ ਆ ਉਨੇ ਆਈਲੈਟਸ ਦੇ ਨਾਲ ਉਹਨਾਂ ਦਾ ਸਰਜਾ ਕਰੇ। ਸੋ ਇਹ ਜਿਹੜਾ ਹਾਈ ਲੈਵਲ ਹੈਗਾ ਅੱਗੇ ਰਿਕੁਆਇਰਮੈਂਟਸ ਉਹਦੇ ਵੱਟੇ ਜੇ ਉਹਨੇ ਕੰਮ ਜ਼ਿਆਦਾ ਕੀਤਾ ਕੈਨੇਡਾ ਫੋਰ ਐਗਜ਼ਾਮਪਲ ਉਹਦੇ ਉਹਨਾਂ ਨੂੰ ਪੁਆਇੰਟ ਮਿਲ ਜਾਣ। ਯਾਨੀ ਕਿ ਇਸ ਸਾਲ ਦੇ ਅੰਤ ਤੱਕ ਆ ਸਕਦਾ ਹੈ ਕਿ ਉਮੀਦ ਰੱਖੀ ਜਾ ਸਕਦੀ ਹੈ। ਹਾਂ ਬਿਲਕੁਲ, ਅਸੀਂ ਆਸ ਕਰ ਸਕਦੇ ਕਿ ਇਸ ਸਾਲ ਦੇ ਐਂਡ ਤੱਕ ਇਹ ਪ੍ਰੋਗਰਾਮ ਦੀ ਉਮੀਦ ਹੋ ਜੂਗੀ। ਉਹਦੇ ਵਿੱਚ ਮੈਂ ਇੱਕ ਜੀ ਥੋੜ੍ਹਾ ਪੇਸ਼ੈਂਸ ਸਾਰਿਆਂ ਨੂੰ ਦੱਸੂਗਾ ਕਿ ਸਾਰਿਆਂ ਨੂੰ ਇੱਕ ਟਾਈਮ 'ਤੇ ਨਹੀਂ ਮਿਲ ਜਾਣੀ PR, ਪ੍ਰੋਗਰਾਮ ਬਣ ਜਾਣਗੇ ਕਿ 20,000 30,000 40,000 ਸਲਾਟ ਹੋ ਜੂਗੇ ਕਿ ਆਹ ਪ੍ਰੋਗਰਾਮ ਦੇ ਵਿੱਚ ਤੁਸੀਂ ਆ ਸਕਦੇ, ਸਾਲ ਲੱਗੂ 2 ਸਾਲ 3 ਸਾਲ, ਪਰ ਐਟਲੀਸਟ ਲੋਕਾਂ ਨੂੰ ਆਰ ਹੋ ਜੂਗਾ ਵੀ ਮੈਂ ਕੰਮ ਕਰਦਾ ਮੇਰੇ 3 ਸਾਲਾਂ 'ਚ PR ਲੱਗ ਜਾਣਾ ਜਾਂ ਮੈਂ 4 ਸਾਲਾਂ 'ਚ ਲੱਗ ਜਾਣਾ ਜਾਂ 2 ਸਾਲਾਂ 'ਚ ਲੱਗ ਜਾਣਾ। ਉਹਨਾਂ ਨੂੰ ਐਟਲੀਸਟ ਪਤਾ ਹੋਊਗਾ ਕਿ ਮੇਰੇ ਕੋਲ ਰਾਹ ਤਾਂ ਹੈਗਾ, ਇਹ ਨਹੀਂ ਉਹ ਤੜਫਣਗੇ ਕਿ ਮੈਂ ਟੈਂਪਰੇਰੀ ਫੋਰਨ ਵਰਕ ਪਰਮਿਟ ਹੀ ਹਰ 2 ਸਾਲ ਬਾਅਦ ਐਕਸਟੈਂਡ ਕਰੀ ਜਾਵਾਂ। ਉਹਨਾਂ ਨੂੰ ਆਗਾਰ ਹੋਊਗਾ ਔਰ ਉਹਨਾਂ ਦੇ ਇੰਪਲੋਇਰਾਂ ਨੂੰ ਵੀ ਹੋ ਜਾਊਗਾ ਕਿ ਸਾਡਾ ਬੰਦਾ ਇਹ ਪੱਕਾ ਹੈ ਜਾਂ ਬੀਬੀ ਇਹ ਪੱਕੀ ਸਾਡੇ ਕੰਮ ਕਰਨਾ, ਇਹ ਕੰਮ ਟ੍ਰੇਨ ਕੀਤੀ ਆ, ਇਹਦਾ ਵਧੀਆ ਕੰਮ ਕਰਦੀ ਤਾਂ ਸਾਨੂੰ ਵੀ TFW ਦੇ ਪ੍ਰੋਗਰਾਮ ਦੇ ਪੈਸੇ ਲਾ ਕੇ ਐਕਸਟੈਂਸ਼ਨ ਨਹੀਂ ਮੰਗਣੀ ਪਊਗੀ, ਅਸੀਂ ਇਹਨੂੰ ਹੀ ਰੱਖ ਸਕਦੇ ਇੱਥੇ। ਤਾਂ ਉਧਰ ਲੌਂਗ ਵੀਕਐਂਡ ਦੇ ਦੌਰਾਨ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਧਿਆਨ ਦਿੱਤਾ ਜਾਵੇਗਾ ਕਿ ਜਦੋਂ ਕੋਈ ਗੱਡੀ ਚਲਾ ਰਿਹਾ ਹੈ ਤੇ ਉਸ ਦੇ ਨਾਲ ਯਾਤਰੀ ਬੈਠੇ ਨੇ ਗੱਡੀ ਵਿੱਚ ਤਾਂ ਉਹ ਸੀਟ ਬੈਲਟ ਤੋਂ ਬਿਨਾਂ ਨਾ ਬੈਠੇ ਹੋਣ। ਗੱਡੀਆਂ ਦੀ ਜਾਂਚ ਵੀ ਕੀਤੀ ਜਾਵੇਗੀ। ਪੂਰੇ ਲੌਂਗ ਵੀਕਐਂਡ ਦੌਰਾਨ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਧਿਕਾਰੀ ਨੇ ਜੋ ਉਹ ਵੱਖਰੀਆਂ ਥਾਵਾਂ ਦੇ ਉੱਤੇ ਸੜਕਾਂ ਤੇ ਚੈਕਿੰਗ ਕਰਦੇ ਮਿਲਣਗੇ, ਜਿਨ੍ਹਾਂ ਦੇ ਵੱਲੋਂ ਇਹ ਧਿਆਨ ਦਿੱਤਾ ਜਾਵੇਗਾ ਕਿ ਕੋਈ ਸੀਟ ਬੈਲਟ ਤੋਂ ਬਿਨਾਂ ਨਾ ਬੈਠਾ ਹੋਵੇ ਤੇ ਨਾਲ ਹੀ ਯਾਤਰੀਆਂ ਨੂੰ ਤੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ
ਕਿ ਅਜਿਹਾ ਬਿਲਕੁਲ ਨਾ ਕੀਤਾ ਜਾਵੇ ਕਿਉਂਕਿ ਕਈ ਸੜਕ ਹਾਦਸੇ ਵਾਪਰਨ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਜਿਨ੍ਹਾਂ ਨੇ ਸੀਟ ਬੈਲਟ ਨਹੀਂ ਪਾਈ ਹੁੰਦੀ ਉਸ ਕਰਕੇ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਤੇ ਅਜਿਹਾ ਨਾ ਹੋਵੇ ਸੁਰੱਖਿਆ ਦੇ ਮੱਦੇਨਜ਼ਰ ਜੋ ਸੀਟ ਬੈਲਟ ਪਾਉਣ ਦੇ ਵਾਸਤੇ ਲਗਾਤਾਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੇ ਸਾਵਧਾਨ ਵੀ ਕੀਤਾ ਜਾ ਰਿਹਾ ਹੈ ਜੋ ਉਹਨਾਂ ਦੇ ਵੱਲੋਂ ਹੁਣ ਚੈਕਿੰਗ ਵੀ ਕੀਤੀ ਜਾਵੇਗੀ ਉਸ ਦੇ ਬਾਰੇ। The OPP is conducting a provincial seatbelt campaign over the Easter long weekend. During the campaign, officers will focus on seatbelt enforcement and raising awareness about the important role seatbelts play in saving lives by conducting seatbelt checks. Drivers and passengers can avoid being stopped and fined simply by ensuring that they wear their seatbelts correctly at all times. In 2021, 47 people were killed in OPP-investigated motor vehicle collisions in which failure to wear a seatbelt was a factor in the deaths. Unnecessary loss of life in a motor vehicle collision is devastating for everyone involved. Airbags are designed to work with but not replace a seatbelt. An airbag deployment in front or beside an unbuckled driver or passenger during a collision can result in serious injuries and even death. The OPP has laid close to 1,000 seatbelt charges so far this year. We would be happy to never issue another seatbelt ticket because that would mean that everyone was maximizing their personal safety. It only takes a few seconds to buckle up. A properly worn seatbelt greatly increases your chances of surviving a motor vehicle collision. We would like to wish everyone a safe and happy Easter weekend.